Hello everyone, welcome back to my YouTube channel. I hope you all are doing well. In today's video, we will discuss about 5 tips for getting 7 plus band scores in IELTS writing in your first attempt. So in this video, we will cover about how to write an example in task 2. So let's start. Before starting this video, it's my humble request to everyone, please like, share and subscribe my YouTube channel so that I will be motivated. So let's start. In today's video, I will show you some of the examples of the templates, and after that how we can use that particular template and how we can write the specific example. So here is the one statement that is about nowadays more and more people are eating fast food. Why is this happening and what are the effects of this? ਸੋ ਇਸ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਆਪਣੇ ਤੋਂ ਪੁੱਛਿਆ ਹੈ ਕਿ ਜਿਹੜੇ ਅੱਜ ਕੱਲ੍ਹ ਲੋਕ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਫਾਸਟ ਫੂਡ ਆ ਜਿਹੜਾ ਉਹ ਖਾਣਾ ਪ੍ਰੈਫਰ ਕਰ ਰਹੇ ਨੇ, ਤਾਂ ਇਹਦੇ ਕੀ ਕੌਜ਼ ਦੇ ਇਫੈਕਟਸ ਹੋਣਗੇ। ਤਾਂ ਅਗਰ ਤੁਹਾਨੂੰ ਕੋਈ ਵੀ ਟਾਸਕ 2 ਆ ਜਾਂਦਾ ਹੈ ਤਾਂ ਤੁਸੀਂ ਉਹਦੇ ਵਿੱਚ ਐਗਜ਼ਾਮਪਲ ਜਿਹੜੀ ਉਹ ਲਿਖਣੀ ਹੀ ਲਿਖਣੀ ਆ, ਸੋ ਦੈਟ ਤੁਹਾਡੇ ਜਿਹੜੇ ਬੈਂਡ ਸਕੋਰ ਆ ਉਹ ਹੋਰ ਇੰਪਰੂਵ ਹੋ ਜਾਣ। ਆਪਾਂ ਪਹਿਲਾਂ ਟੈਂਪਲੇਟ ਡਿਸਕਸ ਕਰਾਂਗੇ। ਟੈਂਪਲੇਟ ਹੈਗਾ ਜੀ, ਫॉर ਇੰਸਟੈਂਸ ਅ ਰੀਸੈਂਟ ਸਰਵੇ ਕੰਡਕਟਡ ਬਾਈ ਡੈਸ਼ showed that dash with the emergence of dash in the market dash rose from 17% to 39%। ਸੋ ਐਗਜ਼ਾਮਪਲ ਲਿਖਣ ਦਾ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ ਗਾ। ਤੁਸੀਂ ਇਹ ਟੈਂਪਲੇਟ ਕਿਸੇ ਵੀ ਟਾਸਕ ਦੇ ਵਿੱਚ ਲਿਖ ਸਕਦੇ ਹੋ। ਜ਼ਰੂਰੀ ਨਹੀਂ ਹੈਗਾ ਤੁਸੀਂ ਕਾਜ਼ ਐਂਡ ਇਫੈਕਟ ਵਾਲਾ ਐਸੇ ਲਿਖ ਰਹੇ ਹੋ। ਤੁਸੀਂ ਇਹ ਟੈਂਪਲੇਟ ਨੂੰ ਕਿਤੇ ਵੀ ਯੂਜ਼ ਕਰ ਸਕਦੇ ਹੋ, ਕਿਸੇ ਵੀ ਐਗਜ਼ਾਮਪਲ ਦੇ ਵਿੱਚ। ਤੁਸੀਂ ਜਦੋਂ ਵੀ ਕੋਈ ਟੈਂਪਲੇਟ ਯੂਜ਼ ਕਰੋਗੇ ਤੁਸੀਂ ਜਸਟ ਧਿਆਨ ਇਹ ਰੱਖਣਾ ਹੋਊਗਾ ਕਿ ਮੈਨੂੰ ਕੀ ਇਨਫੋਰਮੇਸ਼ਨ ਦਿੱਤੀ ਗਈ ਹੈਗੀ ਆ, ਐਂਡ ਉਸ ਇਨਫੋਰਮੇਸ਼ਨ ਨੂੰ ਮੈਂ ਐਗਜ਼ਾਮਪਲ ਦੀ ਫੋਰਮ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਸਟੀਫਾਈ ਕਰਨਾ ਹੈਗਾ। ਤਾਂ ਜਦੋਂ ਵੀ ਤੁਸੀਂ ਐਗਜ਼ਾਮਪਲ ਲਿਖਦੇ ਹੋ ਤੁਸੀਂ ਧਿਆਨ ਰੱਖੋ ਕਿ ਤੁਸੀਂ ਕੁਆਂਟੀਟੇਟਿਵ ਫੋਰਮ ਦੇ ਵਿੱਚ ਐਗਜ਼ਾਮਪਲ ਲਿਖਣ ਦਾ ਟਰਾਈ ਕਰੋ। ਕੁਆਂਟੀਟੇਟਿਵ ਫੋਰਮ ਕਿ ਤੁਸੀਂ ਪਰਸੈਂਟੇਜ ਦੱਸੋ, ਜੋ ਵੀ ਤੁਹਾਨੂੰ ਸਟੇਟਮੈਂਟ ਦਿੱਤੀ ਗਈ ਉਹਦੇ ਰਿਲੇਟਡ ਤੁਸੀਂ ਪਰਸੈਂਟੇਜ ਦੀ ਗੱਲ ਕਰੋ। ਤੁਸੀਂ ਉਹਦੇ ਵਿੱਚ ਈਅਰ ਦੀ ਗੱਲ ਕਰੋ ਵੀ ਹਾਂਜੀ ਕਿਹੜੇ ਈਅਰ ਦੇ ਵਿੱਚ ਇਹ ਚੀਜ਼ ਹੋਈ ਸੀਗੀ। ਤੁਸੀਂ ਉਹਦੇ ਵਿੱਚ ਇੱਕ ਸਪੈਸੀਫਿਕ ਰੀਅਲ ਲਾਈਫ ਦੀ ਐਗਜ਼ਾਮਪਲ ਦਿਓ ਵੀ ਹਾਂਜੀ ਕਿਸੇ ਆਰਗੇਨਾਈਜੇਸ਼ਨ ਨੇ ਕੋਈ ਸਰਵੇ ਕੰਡਕਟ ਕੀਤਾ ਸੀਗਾ, ਜਾਂ ਕਿਸੇ ਮੀਡੀਆ ਨੇ ਕੋਈ ਗੱਲ ਰਿਪੋਰਟ ਕੀਤੀ ਹੈਗੀ ਆ, ਜਾਂ ਕਿਸੇ ਪਰਸਨ ਦੁਆਰਾ ਕੁਛ ਡਿਕਲੇਅਰ ਕੀਤਾ ਗਿਆ ਹੈਗਾ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਐਗਜ਼ਾਮਪਲਸ ਹੁੰਦੀਆਂ ਨੇ ਉਹ ਤੁਹਾਨੂੰ ਬੈਂਡ ਸਕੋਰ ਲੈਣ ਦੇ ਵਿੱਚ ਹੈਲਪ ਕਰਨਗੀਆਂ। ਸੋ ਇੱਥੇ ਆਪਾਂ ਐਗਜ਼ਾਮਪਲ ਲਿਖ ਰਹੇ ਹਾਂ, ਫॉर ਇੰਸਟੈਂਸ ਅ ਰੀਸੈਂਟ ਸਰਵੇ ਕੰਡਕਟਡ ਬਾਈ ਅਮਰੀਕਨ ਹੈਲਥ ਐਸੋਸੀਏਸ਼ਨ showed that with the emergence of junk food in the market, obesity levels rose from 17% to 39%। ਸੋ ਸਟੇਟਮੈਂਟ ਦੇ ਨਾਲ ਹੀ ਮੈਚ ਕਰਦੀ ਹੋਈ ਜਿਹੜੀ ਆਪਾਂ ਐਗਜ਼ਾਮਪਲ ਲਿਖੀ ਹੈ, ਐਗਜ਼ਾਮਪਲ ਵਿੱਚ ਆਪਾਂ ਦੱਸਿਆ ਹੈ ਕਿ ਇੱਕ ਰੀਸੈਂਟ ਸਰਵੇ ਆ ਜਿਹੜਾ ਉਹ ਕੰਡਕਟ ਕੀਤਾ ਗਿਆ ਸੀਗਾ। ਕਿਹਦੇ ਦੁਆਰਾ ਕੰਡਕਟ ਕੀਤਾ ਗਿਆ ਸੀਗਾ? ਅਮਰੀਕਨ ਹੈਲਥ ਐਸੋਸੀਏਸ਼ਨ ਦੁਆਰਾ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਜੰਕ ਫੂਡ ਦਾ ਮਾਰਕੀਟ ਦੇ ਵਿੱਚ ਆਉਣ ਦੇ ਕਰਕੇ ਜਿਹੜਾ ਓਬੇਸਿਟੀ ਦਾ ਲੈਵਲ ਹੈ, ਜਿਹਦੇ ਕਰਕੇ ਲੋਕ ਜ਼ਿਆਦਾ ਫੈਟੀ ਹੋ ਰਹੇ ਹੈਗੇ ਆ, ਲੋਕਾਂ ਨੂੰ ਓਬੇਸਿਟੀ ਦੀ ਪ੍ਰੋਬਲਮ ਫੇਸ ਕਰਨੀ ਪੈ ਰਹੀ ਹੈਗੀ ਆ, ਉਹਦਾ ਜਿਹੜਾ ਲੈਵਲ ਹੈਗਾ ਉਹ 17% ਤੋਂ ਲੈ ਕੇ ਜਿਹੜਾ 39% ਤੱਕ ਹੀ ਆ ਉਹ ਇਨਕਰੀਜ਼ ਹੋ ਚੁੱਕਿਆ ਹੈਗਾ। ਤਾਂ ਇਟ ਮੀਨਸ ਇਹ ਇੱਕ ਨੈਗੇਟਿਵ ਡਿਵੈਲਪਮੈਂਟ ਹੋ ਰਹੀ ਹੈਗੀ ਆ ਵੀ ਹਾਂਜੀ ਜੰਕ ਫੂਡ ਦੇ ਨਾਲ ਜਿਹੜੇ ਲੋਕ ਹੈਗੇ ਆ ਉਹ ਜ਼ਿਆਦਾ ਜਿਹੜੀਆਂ ਹੈਲਥ ਰਿਲੇਟਡ ਇਸ਼ੂਜ਼ ਨੇ ਉਹ ਫੇਸ ਕਰ ਰਹੇ ਹੈਗੇ ਆ। ਤਾਂ ਇਸ ਤਰੀਕੇ ਦੇ ਨਾਲ ਆਪਾਂ ਐਗਜ਼ਾਮਪਲ ਲਿਖਾਂਗੇ। ਦਿਸ ਇਜ਼ ਜਸਟ ਦ ਫਸਟ ਟੈਂਪਲੇਟ, ਲੈਟਸ ਡਿਸਕਸ ਅਬਾਊਟ ਦ ਸੈਕਿੰਡ ਟੈਂਪਲੇਟ। ਇੱਥੇ ਆਪਾਂ ਨੇ ਸਟੇਟਮੈਂਟ ਲਿਖੀ ਆ, ਵਾਟ ਆਰ ਦੀ ਐਡਵਾਂਟੇਜਸ ਆਫ ਸਪੈਂਡਿੰਗ ਟਾਈਮ ਵਿਦ ਫੈਮਿਲੀ ਮੈਂਬਰਸ। ਹੁਣ ਇੱਥੇ ਐਡਵਾਂਟੇਜਸ ਪੁੱਛੀਆਂ ਜਾ ਰਹੀਆਂ ਨੇ। ਅਗੇਨ ਆਪਾਂ ਇਹਦੇ ਵਿੱਚ ਟੈਂਪਲੇਟ ਲਿਖਿਆ ਹੈਗਾ, ਫੋਰਬਸ ਇੰਡੀਆ ਰੀਸੈਂਟਲੀ ਰਿਪੋਰਟਡ ਦੈਟ ਡੈਸ਼ ਇੰਡੈਕਸ ਰੋਜ਼ ਟੂ 40% ਐਜ਼ ਪੀਪਲ ਨਾਓ। ਸੋ ਹੁਣ ਆਪਾਂ ਇਹਦੇ ਵਿੱਚ ਐਗਜ਼ਾਮਪਲ ਦੀ ਗੱਲ ਕਰ ਰਹੇ ਹਾਂ ਕਿ ਜਿਹੜੇ ਲੋਕ ਨੇ ਅਗਰ ਉਹ ਆਪਣੀ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰ ਰਹੇ ਆ ਤਾਂ ਉਹਦੀਆਂ ਕੀ ਐਡਵਾਂਟੇਜਸ ਨੇ। ਸੋ ਐਗਜ਼ਾਮਪਲ ਦੇ ਵਿੱਚ ਆਪਾਂ ਦੱਸਾਂਗੇ, ਫੋਰਬਸ ਇੰਡੀਆ ਰੀਸੈਂਟਲੀ ਰਿਪੋਰਟਡ ਦੈਟ ਦੀ ਹੈਪੀਨੈਸ ਇੰਡੈਕਸ ਰੋਜ਼ ਟੂ 45% ਐਜ਼ ਪੀਪਲ ਨਾਓ ਸਪੈਂਡ ਮੋਰ ਟਾਈਮ ਵਿਦ ਦੇਅਰ ਫੈਮਲੀਜ਼ ਡਿਊ ਟੂ ਆ ਕੱਟ ਇਨ ਦੇਅਰ ਵਰਕਿੰਗ ਆਵਰਸ। ਸੋ ਜਿਹੜੀ ਇਹ ਰਿਪੋਰਟ ਸੀਗੀ ਇਹ ਕੋਵਿਡ-19 ਟਾਈਮ ਦੇ ਵਿੱਚ ਉਹਨਾਂ ਨੇ ਪਬਲਿਸ਼ ਕੀਤੀ ਸੀਗੀ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ, ਫੋਰਬਸ ਆਫ ਇੰਡੀਆ ਮੈਗਜ਼ੀਨ ਨੇ, ਕਿ ਜੋ ਹੈਪੀਨੈਸ ਦਾ ਇੰਡੈਕਸ ਹੈਗਾ ਲੋਕਾਂ ਦੇ ਵਿੱਚ ਉਹ 45% ਤੱਕ ਇਨਕਰੀਜ਼ ਹੋ ਗਿਆ ਹੈਗਾ। ਉਹਦਾ ਰੀਜ਼ਨ ਕੀ ਹੈਗਾ? ਲੋਕ ਕੀ ਆ ਕੰਮ ਤੋਂ ਫਰੀ ਨੇ ਤਾਂ ਉਹਨਾਂ ਦੇ ਜਿਹੜੇ ਵਰਕਿੰਗ ਆਵਰਸ ਨੇ ਉਹ ਘੱਟ ਗਏ ਨੇ, ਜਿਹਦੇ ਕਰਕੇ ਉਹ ਆਪਦੀ ਫੈਮਿਲੀ ਦੇ ਨਾਲ ਜਿਹੜਾ ਟਾਈਮ ਆ ਉਹ ਜ਼ਿਆਦਾ ਸਪੈਂਡ ਕਰ ਰਹੇ ਆ ਅਤੇ ਉਹ ਜ਼ਿਆਦਾ ਆਪਦੇ ਆਪ ਨੂੰ ਹੈਪੀ ਜਿਹੜਾ ਹੈਗਾ ਉਹ ਫੀਲ ਕਰ ਰਹੇ ਹੈਗੇ ਆ। ਸੋ ਇਹ ਹੈਗੀ ਆ ਜੀ ਇੱਕ ਰੀਅਲ ਐਗਜ਼ਾਮਪਲ ਹੈਗੀ ਆ, ਜੋ ਇੱਕ ਰੀਅਲ ਸਰਵੇ ਕੀਤਾ ਗਿਆ ਸੀਗਾ ਫੋਰਬਸ ਆਫ ਇੰਡੀਆ ਦੇ ਵੱਲੋਂ। ਇਹ ਹੈਗਾ ਆਪਣੀ ਸੈਕਿੰਡ ਐਗਜ਼ਾਮਪਲ। ਸੋ ਆਈ ਹੋਪ ਤੁਹਾਨੂੰ ਇਹ ਚੀਜ਼ ਅੰਡਰਸਟੈਂਡ ਹੋ ਗਈ ਹੋਏਗੀ ਆਪਾਂ ਐਗਜ਼ਾਮਪਲ ਕਿਸ ਤਰ੍ਹਾਂ ਲਿਖਣੀ ਆ। let's discuss some further template and further examples। ਸੋ ਇਹ ਹੈਗਾ ਜੀ ਆਪਣਾ ਥਰਡ ਟਾਈਪ,
ਲਾਈਕ ਆਪਾਂ ਹੋਰ ਕਿਹੜਾ ਤਰੀਕਾ ਹੈਗਾ, ਹੋਰ ਕਿਸ ਤਰੀਕੇ ਦੇ ਨਾਲ ਆਪਾਂ ਐਗਜ਼ਾਮਪਲ ਲਿਖ ਸਕਦੇ ਹਾਂ। What are the positive and negative effects of the internet during COVID-19? ਸੋ COVID-19 ਦੇ ਟਾਈਮ ਦੇ ਉੱਪਰ ਜਿਹੜਾ ਇੰਟਰਨੈਟ ਸੀਗਾ ਉਹਦੇ ਕੀ ਪੋਜ਼ੀਟਿਵ ਇਫੈਕਟਸ ਰਹੇ ਨੇ, ਕੀ ਨੈਗੇਟਿਵ ਇਫੈਕਟਸ ਰਹੇ ਨੇ। So, as per the reports of the TV media, in the year 2019, in only 9 months, 30 million dash. ਸੋ ਜਿਹੜੀ ਇਹ ਟੈਂਪਲੇਟ ਹੈਗਾ ਬਹੁਤ ਹੀ ਵਧੀਆ ਟੈਂਪਲੇਟ ਆ, ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ। ਤੁਸੀਂ ਜਸਟ ਇੱਥੇ ਜਿੱਥੇ ਆਪਾਂ TV ਮੀਡੀਆ ਲਿਖਿਆ ਹੈਗਾ ਤੁਸੀਂ ਉੱਥੇ ਜਸਟ ਟਾਈਪ ਯੂਜ਼ ਕਰਨੀ ਹੋਊਗੀ ਕਿ ਹਾਂਜੀ ਜਿਹੜੀ ਇਹ ਰਿਪੋਰਟ ਹੈਗੀ ਹੈ ਕਿਹਨਾਂ ਦੁਆਰਾ ਪਬਲਿਸ਼ ਕੀਤੀ ਗਈ ਸੀ, ਇਨ ਦਾ ਈਅਰ ਮਤਲਬ ਕਿਹੜੇ ਸੰਨ ਦੇ ਵਿੱਚ ਜਿਹੜੀ ਰਿਪੋਰਟ ਆ ਉਹ ਡਿਕਲੇਅਰ ਹੋਈ ਆ, ਲਾਈਕ 2023 ਦੇ ਵਿੱਚ ਹੋਈ ਆ, 2022 ਦੇ ਵਿੱਚ ਹੋਈ ਆ। ਓਨਲੀ ਇਨ 9 ਮੰਥਸ ਕੋਈ ਵੀ ਚੀਜ਼ ਦੇਖਣ ਨੂੰ ਮਿਲੀ ਉਹ 9 ਮੰਥਸ ਦੇ ਵਿੱਚ ਦੇਖਣ ਨੂੰ ਮਿਲੀ ਆ, ਵਿਦਿਨ 1 ਮੰਥ ਮਿਲੀ ਆ, ਵਿਦਿਨ 1 ਵੀਕ ਮਿਲੀ ਆ, 1 ਡੇ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਜਿਹੜੀਆਂ ਫਿਗਰਸ ਹੈਗੀਆਂ ਨੇ ਉਹਨਾਂ ਨੂੰ ਮੋਡੀਫਾਈ ਕਰ ਸਕਦੇ ਹੋ। ਸੋ ਇੱਥੇ ਆਪਾਂ ਲਿਖਿਆ ਹੈਗਾ ਐਜ਼ ਪਰ ਦਾ ਰਿਪੋਰਟਸ ਆਫ TV ਮੀਡੀਆ ਇਨ ਦਾ ਈਅਰ 2019 ਇਨ ਓਨਲੀ 9 ਮੰਥਸ 30 million users in India who are from rural areas access the internet for the first time। ਸੋ TV ਮੀਡੀਆ ਦੇ ਰਿਪੋਰਟਸ ਦੁਆਰਾ 2019 ਦੇ ਵਿੱਚ ਇਹ ਸ਼ੋਅ ਕੀਤਾ ਗਿਆ ਸੀ ਕਿ 9 ਮੰਥਸ ਦੇ ਵਿੱਚ ਜਿਹੜੇ 30 ਮਿਲੀਅਨ ਯੂਜ਼ਰ ਸੀਗੇ ਇੰਡੀਆ ਦੇ ਵਿੱਚ, ਜਿਹੜੇ ਟਾਊਨਸ ਦੇ ਵਿੱਚ ਰਹਿ ਰਹੇ ਸੀ, ਜਿਹੜੇ ਵਿਲੇਜਸ ਦੇ ਵਿੱਚ ਰਹਿ ਰਹੇ ਸੀ, ਉਹਨਾਂ ਨੇ ਫਸਟ ਟਾਈਮ ਜਿਹੜਾ ਇੰਟਰਨੈਟ ਆ ਉਹਨੂੰ ਅਸੈਸ ਕੀਤਾ ਸੀਗਾ। ਸੋ ਇਹ ਇੱਕ ਤਰ੍ਹਾਂ ਦਾ ਪੋਜ਼ੀਟਿਵ ਇਫੈਕਟ ਸੀਗਾ ਇੰਟਰਨੈਟ ਦਾ COVID-19 ਦੇ ਪੀਰੀਅਡ ਦੇ ਵਿੱਚ, ਬਿਕੋਜ਼ ਉਸ ਟਾਈਮ ਦੇ ਉੱਪਰ ਜਿਹੜਾ ਸਾਰਾ ਵਰਕਿੰਗ ਸੀਗੀ, ਐਜੂਕੇਸ਼ਨ ਸੀਗੀ, ਉਹ ਸਾਰੀ ਕੀ ਸੀਗੀ ਹੋਮ ਲਾਈਕ ਵਰਕ ਫਰੋਮ ਹੋਮ ਸੀਗਾ, ਜਿਹੜੀ ਸਟੱਡੀ ਸੀ ਉਹ ਵੀ ਔਨਲਾਈਨ ਹੋ ਗਈ ਸੀ। ਤਾਂ ਉਸ ਟਾਈਮ ਦੇ ਉੱਪਰ ਲੋਕਾਂ ਨੇ ਇੰਟਰਨੈਟ ਨੂੰ ਅਸੈਸ ਕਰਨਾ, ਬਾਏ ਕਰਨਾ ਸਟਾਰਟ ਕਰਤਾ ਸੀਗਾ। Let's discuss about the further, I think it's the 4th or 5th template. So nowadays in many families, ਸੌਰੀ ਇੱਥੇ ਮੈਂ ਗਲਤ ਮੈਂਸ਼ਨ ਕਰਤਾ, ਟੂਡੇ ਨਹੀਂ ਆਏਗਾ। ਬੋਥ ਪੇਰੈਂਟਸ ਆਰ ਵਰਕਿੰਗ, ਵਾਟ ਆਰ ਦੀ ਐਡਵਾਂਟੇਜਿਸ ਐਂਡ ਡਿਸਐਡਵਾਂਟੇਜਿਸ ਆਫ ਇਟ। ਲਾਈਕ ਇਹਦੇ ਵਿੱਚ ਉਹ ਦੱਸ ਰਹੇ ਨੇ ਕਿ ਜਿਹੜੇ ਪੇਰੈਂਟਸ ਨੇ ਲਾਈਕ ਮਦਰ ਅਤੇ ਜਿਹੜੇ ਫਾਦਰ ਨੇ ਉਹ ਦੋਨੋਂ ਕੰਮ ਕਰ ਰਹੇ ਹੈਗੇ ਆ, ਤਾਂ ਉਹਨਾਂ ਦੀਆਂ ਕੀ ਐਡਵਾਂਟੇਜਿਸ ਨੇ, ਕੀ ਡਿਸਐਡਵਾਂਟੇਜਿਸ ਨੇ। ਅਗਰ ਦੋਨੋਂ ਪੇਰੈਂਟਸ ਹੀ ਵਰਕਿੰਗ ਹੋਣਗੇ ਤਾਂ ਉਹਦੇ ਕਰਕੇ ਜਿਹੜੇ ਉਹਨਾਂ ਦੇ ਬੱਚੇ ਹੈਗੇ ਆ, ਜਿਹੜੇ ਉਹਨਾਂ ਦੇ ਚਿਲਡਰਨ ਨੇ, ਉਹ ਕੀ ਪ੍ਰੋਬਲਮਸ ਫੇਸ ਕਰਦੇ ਨੇ। ਤਾਂ as an epitome over the past decade, most research in dash sector has emphasized that dash because। ਸੋ ਇਹ ਟੈਂਪਲੇਟ ਨੂੰ ਵੀ ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ, ਐਂਡ ਇਸ ਟੈਂਪਲੇਟ ਨੂੰ ਯੂਜ਼ ਕਰਕੇ ਵੀ ਤੁਸੀਂ ਕੋਈ ਵੀ ਐਗਜ਼ਾਮਪਲ ਲਿਖ ਸਕਦੇ ਹੋ। ਐਜ਼ ਐਨ epitome over the past decade, most research in service sector has emphasized that cutthroat competition makes children and grandparents isolated at their homes because in many households both parents are working to meet the demands of this technological era। ਸੋ ਇਹਦੇ ਵਿੱਚ ਉਹਨਾਂ ਨੇ ਕੀ ਦੱਸਿਆ ਹੈਗਾ, ਜੇ ਦੋਨੋਂ ਪੇਰੈਂਟਸ ਵਰਕਿੰਗ ਹੋਣਗੇ ਤਾਂ ਉਹਦੇ ਕੀ ਨੈਗੇਟਿਵ ਇਫੈਕਟਸ ਹੋਣਗੇ। ਐਜ਼ ਐਨ ਐਪੀਟੋਮ ਮੀਨਸ ਐਜ਼ ਐਨ ਐਗਜ਼ਾਮਪਲ, ਓਵਰ ਦਾ ਪਾਸਟ ਡੈਕੇਡ ਮੀਨਸ ਪਿਛਲੇ 10 ਸਾਲਾਂ ਦੇ ਵਿੱਚ ਕੀ ਦੇਖਿਆ ਗਿਆ ਹੈਗਾ। ਜਿਹੜੀ ਮੋਸਟ ਰਿਸਰਚ ਆ ਉਹ ਸਰਵਿਸ ਸੈਕਟਰ ਦੇ ਵਿੱਚ ਹੋਈ ਹੈ। ਸਰਵਿਸ ਸੈਕਟਰ ਮੀਨਸ ਜਿੱਥੇ ਲਾਈਕ ਲੋਕ ਜੋਬਸ ਵਗੈਰਾ ਕਰਦੇ ਨੇ। ਤਾਂ ਜਿਹੜੀ ਰਿਸਰਚ ਹੋਈ ਆ ਉਹਨੇ ਕਿਸ ਚੀਜ਼ ਦੇ ਉੱਪਰ ਜ਼ਿਆਦਾ ਫੋਕਸ ਕੀਤਾ ਸੀਗਾ ਕਿ ਕੱਟ ਥਰੋਟ ਕੰਪੀਟੀਸ਼ਨ ਹੋਣ ਕਰਕੇ ਜਿਹੜੇ ਚਿਲਡਰਨ ਨੇ ਅਤੇ ਜਿਹੜੇ ਗ੍ਰੈਂਡ ਪੇਰੈਂਟਸ ਨੇ ਉਹ ਇਕੱਲਾ ਮਹਿਸੂਸ ਕਰਦੇ ਹੈਗੇ ਆ ਘਰਾਂ ਦੇ ਵਿੱਚ, ਬਿਕੋਜ਼ ਜਿਹੜੇ ਬਹੁਤ ਸਾਰੇ ਘਰ ਨੇ ਉਹਨਾਂ ਦੇ ਵਿੱਚ ਜਿਹੜੇ ਦੋਨੋਂ ਪੇਰੈਂਟਸ ਨੇ ਉਹ ਵਰਕਿੰਗ ਨੇ। ਉਹ ਕਿਉਂ ਕੰਮ ਕਰ ਰਹੇ ਨੇ, ਬਿਕੋਜ਼ ਉਹ ਜਿਹੜਾ ਟੈਕਨੋਲੋਜੀਕਲ ਐਰਾ ਹੈਗੀਆਂ ਉਹਦੀਆਂ ਜਿਹੜੀਆਂ ਡਿਮਾਂਡਸ ਹੈਗੀਆਂ ਉਹਨਾਂ ਨੂੰ ਮੀਟ ਕਰਨਾ ਚਾਹੁੰਦੇ ਹੈਗੇ ਆ। ਸੋ ਡੈਫੀਨੇਟਲੀ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਅੱਜ ਕੱਲ੍ਹ ਜਿਹੜਾ ਐਕਸਪੈਂਸ ਆ ਉਹ ਜ਼ਿਆਦਾ, ਇਨਕਮ ਜਿਹੜੀ ਆ ਉਹ ਘੱਟ ਆ, ਅਤੇ ਜਿਹਦੇ ਕਰਕੇ ਦੋਨੋਂ ਪੇਰੈਂਟਸ ਨੂੰ ਹੀ ਵਰਕ ਕਰਨਾ ਪੈਂਦਾ ਹੈਗਾ। ਸੋ ਉਸ ਸਿਨੈਰੀਓ ਨੂੰ ਦੇਖਦੇ ਹੋਏ ਇਹ ਆਪਾਂ ਐਗਜ਼ਾਮਪਲ ਮੈਂਸ਼ਨ ਕੀਤੀ ਆ। ਨੈਕਸਟ ਵੀ ਵਿਲ ਡਿਸਕਸ ਅਬਾਊਟ ਲਾਈਕ ਆਪਾਂ ਜਿਹੜੀ ਐਗਜ਼ਾਮਪਲ ਆ ਉਹਨੂੰ ਐਕਸਪੈਂਡ ਕਰਕੇ ਕਿਸ ਤਰੀਕੇ ਨਾਲ ਲਿਖ ਸਕਦੇ ਹਾਂ। ਜਿਹੜੇ ਆਪਾਂ ਪ੍ਰੀਵੀਅਸਲੀ ਐਗਜ਼ਾਮਪਲਸ ਡਿਸਕਸ ਕੀਤੀਆਂ ਸੀਗੀਆਂ ਉਹਨਾਂ ਦੇ ਵਿੱਚ ਆਪਾਂ ਬਿਲਕੁਲ ਛੋਟੀਆਂ ਛੋਟੀਆਂ ਡੈਫੀਨੇਸ਼ਨਸ ਦਿੱਤੀਆਂ ਸੀਗੀਆਂ ਐਗਜ਼ਾਮਪਲਸ ਦੀਆਂ, ਜਸਟ 2 and 3 ਲਾਈਨਸ ਦੇ ਵਿੱਚ। ਅਗਰ ਤੁਹਾਡੇ ਕੋਲ ਜ਼ਿਆਦਾ ਡੈਫਥ ਦੇ ਵਿੱਚ ਨੌਲੇਜ ਹੈਗੀ ਆ, ਤੁਹਾਨੂੰ ਲੱਗਦਾ ਹਾਂਜੀ ਮੈਂ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਜਿਹੜੀ ਐਗਜ਼ਾਮਪਲ ਆ ਉਹਨੂੰ 4 to 5 ਲਾਈਨਸ ਦੇ ਵਿੱਚ ਐਕਸਪਲੇਨ ਕਰ ਸਕਦਾ ਹੈਗਾ, ਤਾਂ ਉਹਦਾ ਵੀ ਆਪਾਂ ਜਿਹੜਾ ਫੋਰਮੈਟ ਹੈਗਾ ਹੁਣ ਉਹ ਡਿਸਕਸ ਕਰਨ ਜਾ ਰਹੇ ਹਾਂ। ਇੱਥੇ ਆਪਾਂ ਨੂੰ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ, ਸਮ ਪੀਪਲ ਬਿਲੀਵ ਦੈਟ ਦੀ ਗਵਰਨਮੈਂਟ ਸ਼ੁੱਡ ਇਨਕਰੀਜ਼ ਟੈਕਸਿਸ ਔਨ ਫਾਸਟ ਫੂਡ ਟੂ ਇਨਕਰੇਜ ਹੈਲਦੀਅਰ ਈਟਿੰਗ ਹੈਬਿਟਸ। ਸੋ ਡੂ ਯੂ ਐਗਰੀ ਔਰ ਡਿਸਐਗਰੀ।
ਕੁਛ ਕੁ ਲੋਕ ਇਹ ਬਿਲੀਵ ਕਰਦੇ ਹੈਗੇ ਆ ਕਿ ਜਿਹੜੀ ਗੌਰਮੈਂਟ ਹੈਗੀ ਆ ਉਹਨਾਂ ਨੂੰ ਟੈਕਸ ਹੈਗਾ ਜਿਹੜਾ ਉਹ ਫਾਸਟ ਫੂਡ ਦੇ ਉੱਪਰ ਇਨਕਰੀਜ਼ ਕਰ ਦੇਣਾ ਚਾਹੀਦਾ ਹੈਗਾ। ਅਗਰ ਫਾਸਟ ਫੂਡ ਮਹਿੰਗਾ ਹੋਏਗਾ ਉਹਦੇ ਉੱਪਰ ਲੋਕ ਜ਼ਿਆਦਾ ਟੈਕਸ ਪੇ ਕਰਨਗੇ ਤਾਂ ਉਹਦੇ ਨਾਲ ਜਿਹੜੀਆਂ ਲੋਕਾਂ ਦੀਆਂ ਈਟਿੰਗ ਹੈਬਿਟਸ ਆ ਉਹ ਵਧੀਆ ਹੋ ਜਾਣਗੀਆਂ। ਉਹ ਕਿਵੇਂ ਵਧੀਆ ਹੋ ਜਾਣਗੀਆਂ? ਉਹ ਫਾਸਟ ਫੂਡ ਨੂੰ ਜਿਹੜਾ ਬਾਏ ਕਰਨਾ ਉਹ ਅਵੋਇਡ ਕਰਨਗੇ ਬਿਕੋਜ਼ ਉਹ ਐਕਸਪੈਂਸਿਵ ਹੋਏਗਾ। ਫਾਸਟ ਫੂਡ ਖਾਣ ਦੀ ਬਜਾਏ ਉਹ ਜਿਹੜੀਆਂ ਹੈਲਥੀ ਈਟਿੰਗ ਹੈਬਿਟਸ ਨੇ ਉਹਨਾਂ ਨੂੰ ਪ੍ਰੈਫਰ ਕਰਨਗੇ। ਤਾਂ ਤੁਸੀਂ ਇਹ ਸਟੇਟਮੈਂਟ ਨਾਲ ਐਗਰੀ ਕਰ ਰਹੇ ਹੋ ਜਾਂ ਡਿਸਐਗਰੀ ਕਰ ਰਹੇ ਹੋ? ਇਹਦੇ ਵਿੱਚ ਜਿਹੜੀ ਫਸਟ ਐਗਜ਼ਾਮਪਲ ਹੈਗੀ ਆ, ਫੋਰ ਐਗਜ਼ਾਮਪਲ ਅ ਸਟੱਡੀ ਕੰਡਕਟਡ ਬਾਈ ਵਰਲਡ ਹੈਲਥ ਆਰਗੇਨਾਈਜੇਸ਼ਨ found that countries with higher level of fast food consumption also have higher rates of obesity and related health problems such as type 2 diabetes and heart diseases। ਸੋ ਇਹ ਜਿਹੜੀ ਇੱਕ ਰੀਅਲ ਲਾਈਫ ਐਗਜ਼ਾਮਪਲ ਆਪਾਂ ਦੇ ਰਹੇ ਹਾਂ ਜੋ ਵਰਲਡ ਹੈਲਥ ਆਰਗੇਨਾਈਜੇਸ਼ਨ ਉਹਨਾਂ ਨੇ ਸਟੱਡੀ ਕੀਤੀ ਹੈ, ਜਿਹਦੇ ਵਿੱਚ ਉਹਨਾਂ ਨੇ ਇਹ ਚੀਜ਼ ਨੂੰ ਸਰਚ ਕੀਤਾ ਜਿਹੜੀਆਂ ਕੰਟਰੀਜ਼ ਦੇ ਵਿੱਚ ਫਾਸਟ ਫੂਡ ਦੀ ਕੰਜ਼ੰਪਸ਼ਨ ਜ਼ਿਆਦਾ ਹੈਗੀ ਆ ਉੱਥੇ ਜਿਹੜਾ ਓਬੇਸਿਟੀ ਦਾ ਰੇਟ ਹੈਗਾ ਉਹ ਵੀ ਜ਼ਿਆਦਾ ਹੈਗਾ। ਓਬੇਸਿਟੀ ਰੇਟ ਹਾਇਰ ਹੋਣ ਦੇ ਨਾਲ ਜਿਹੜੀਆਂ ਹੈਲਥ ਦੀਆਂ ਪ੍ਰੋਬਲਮਸ ਨੇ ਲਾਈਕ ਡਾਇਬਟੀਜ਼ 2 ਹੋ ਗਿਆ ਐਂਡ ਹਾਰਟ ਡਿਸੀਜ਼ ਦੀਆਂ ਪ੍ਰੋਬਲਮਸ ਆ ਉਹ ਵੀ ਲੋਕਾਂ ਦੁਆਰਾ ਜ਼ਿਆਦਾ ਫੇਸ ਕੀਤੀਆਂ ਜਾ ਰਹੀਆਂ ਨੇ। In addition, a recent report by the Canadian Medical Association found that the cost of obesity-related healthcare in Canada is over $6 billion per year. By increasing taxes on fast food, the government could help to reduce the burden of these healthcare costs and promote healthier eating habits। ਸੋ ਇਹਦੇ ਵਿੱਚ ਉਹਨਾਂ ਨੇ ਕੀ ਦੱਸਿਆ ਹੈਗਾ, ਜਿਹੜੀ ਰੀਸੈਂਟ ਰਿਪੋਰਟ ਸੀਗੀ ਉਹ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੁਆਰਾ ਡਿਕਲੇਅਰ ਕੀਤੀ ਗਈ ਸੀਗੀ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਅਗਰ ਲੋਕਾਂ ਦੇ ਵਿੱਚ ਓਬੇਸਿਟੀ ਦੀ ਪ੍ਰੋਬਲਮ ਜ਼ਿਆਦਾ ਹੈਗੀ ਆ ਤਾਂ ਉਹ ਹੈਲਥ ਕੇਅਰ ਦੀ ਜਿਹੜੀ ਕੋਸਟ ਹੈਗੀ ਆ ਉਹ ਵੀ ਜ਼ਿਆਦਾ ਪੈ ਰਹੀ ਹੈਗੀ ਆ। ਕੈਨੇਡਾ ਦੇ ਜਿਹੜੇ ਹੌਸਪੀਟਲਸ ਨੇ ਉਹਨਾਂ ਨੂੰ ਜਿਹੜੀ ਉਹਦੀ ਕੋਸਟ ਹੈਗੀ ਉਹ ਉਹਨਾਂ ਨੂੰ 6 ਬਿਲੀਅਨ ਪਰ ਈਅਰ ਤੋਂ ਵੀ ਜ਼ਿਆਦਾ ਪੈ ਰਹੀ ਹੈਗੀ ਆ। ਤਾਂ ਗੌਰਮੈਂਟ ਕੀ ਚਾਹੁੰਦੀ ਹੈਗੀ ਆ, ਜੇ ਟੈਕਸ ਇਨਕਰੀਜ਼ ਕਰ ਦਿੱਤਾ ਜਾਊਗਾ ਫਾਸਟ ਫੂਡ ਦੇ ਉੱਪਰ ਤਾਂ ਉਹਦੇ ਨਾਲ ਕੀ ਹੋਊਗਾ, ਜਿਹੜਾ ਹੈਲਥ ਕੇਅਰ ਕੋਸਟ ਹੈਗੀ ਉਹਦਾ ਜਿਹੜਾ ਬਰਡਨ ਹੈਗਾ ਉਹ ਘੱਟ ਜੂਗਾ। ਇਸ ਦੇ ਨਾਲ ਹੀ ਜਿਹੜੀਆਂ ਹੈਲਥੀਅਰ ਈਟਿੰਗ ਹੈਬਿਟਸ ਹੈਗੀਆਂ ਨੇ ਆਟੋਮੈਟਿਕਲੀ ਪ੍ਰਮੋਟ ਹੋਣਗੀਆਂ। ਸੋ ਇਹ ਇੱਕ ਪੋਜ਼ੀਟਿਵ ਚੇਂਜ ਹੈਗਾ। ਅਗਰ ਟੈਕਸ ਇਨਕਰੀਜ਼ ਹੋ ਰਿਹਾ ਹੈਗਾ ਤਾਂ ਪੋਜ਼ੀਟਿਵਲੀ ਜਿਹੜੀਆਂ ਲੋਕਾਂ ਦੀਆਂ ਈਟਿੰਗ ਹੈਬਿਟਸ ਆ ਉਹ ਵੀ ਹੈਲਥੀਅਰ ਈਟਿੰਗ ਹੈਬਿਟਸ ਆ ਜਿਹੜੀਆਂ ਉਹ ਪ੍ਰਮੋਟ ਹੋਣਗੀਆਂ ਐਂਡ ਜਿਹੜੀਆਂ health related problems ਨੇ ਉਹ decrease ਹੋ ਜਾਣਗੀਆਂ। While some argue that this approach unfairly targets low income levels who rely on fast food for convenience and affordability, research has shown that price increases can have a significant impact on consumer behavior। ਸੋ ਕੁਛ ਕੁ ਲੋਕ ਇਹ ਆਰਗਿਊ ਕਰ ਰਹੇ ਹੈਗੇ ਆ ਕਿ ਅਨਫੇਅਰ ਤਰੀਕੇ ਦੇ ਨਾਲ ਜਿਹੜੇ ਲੋ ਲੈਵਲ ਇਨਕਮ ਵਾਲੇ ਲੋਕ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ ਇਸ ਅਪਰੋਚ ਦੁਆਰਾ, ਜਿਨ੍ਹਾਂ ਦਾ ਜਿਹੜੀ ਰੋਜੀ ਰੋਟੀ ਹੈਗੀ ਉਹ ਸਿਰਫ ਫਾਸਟ ਫੂਡ ਦੇ ਉੱਪਰ ਹੀ ਡਿਪੈਂਡੈਂਟ ਨੇ। ਉਹ ਫਾਸਟ ਫੂਡ ਕਿਉਂ ਬਾਏ ਕਰਦੇ ਨੇ ਜਿਹੜੇ ਲੋ ਲੈਵਲ ਇਨਕਮ ਦੇ ਲੋਕ ਨੇ? ਬਿਕੋਜ਼ ਉਹਨਾਂ ਨੂੰ ਲੱਗਦਾ ਜਿਹੜਾ ਫਾਸਟ ਫੂਡ ਹੈਗਾ ਉਹ ਕਨਵੀਨੀਅੰਸ ਹੈਗਾ ਐਂਡ ਅਫੋਰਡੇਬਲ ਹੈਗਾ। ਸੋ ਰਿਸਰਚ ਕਹਿ ਰਹੀ ਹੈਗੀ ਆ ਕਿ ਅਗਰ ਪ੍ਰਾਈਸ ਇਨਕਰੀਜ਼ ਕਰ ਦਿੱਤੇ ਜਾਣਗੇ ਤਾਂ ਜਿਹੜਾ ਕੰਜ਼ਿਊਮਰ ਦਾ ਈਟਿੰਗ ਬਿਹੇਵੀਅਰ ਹੈਗਾ ਉਹਦੇ ਉੱਪਰ ਜਿਹੜਾ ਇੱਕ ਬਹੁਤ ਹੀ ਸਿਗਨੀਫਿਕੈਂਟ ਇਫੈਕਟ ਦੇਖਣ ਨੂੰ ਮਿਲੇਗਾ। A study conducted by the University of California found that a 10% increase in the price of fast food led to a 12% reduction in fast food consumption among low-level incomes। ਸੋ ਜਿਹੜੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਹੈਗੀ ਆ ਉਹਨਾਂ ਦੀ ਜਿਹੜੀ ਸਟੱਡੀ ਆ ਉਹਨੇ ਡਿਕਲੇਅਰ ਕੀਤਾ ਅਗਰ 10% ਇਨਕਰੀਜ਼ ਕੀਤਾ ਜਾਊਗਾ ਫਾਸਟ ਫੂਡ ਦੇ ਪ੍ਰਾਈਸ ਦੇ ਵਿੱਚ ਤਾਂ ਉਹਦੇ ਨਾਲ ਜਿਹੜੀ 12% ਹੈਗੀ ਆ ਕੰਜ਼ੰਪਸ਼ਨ ਹੈਗੀ ਆ ਫਾਸਟ ਫੂਡ ਦੀ ਉਹ ਘੱਟ ਜੇਗੀ। ਲਾਈਕ 12% ਦੇ ਨਾਲ ਜਿਹੜੇ ਲੋਕ ਹੈਗੇ ਆ ਉਹ ਫਾਸਟ ਫੂਡ ਖਾਣਾ ਘੱਟ ਕਰ ਦੇਣਗੇ। This suggestion that an increase in tax on fast food could be an effective tool for encouraging healthier eating habits and particularly among those who are most at risk for negative health outcomes। ਸੋ ਸੁਜੈਸ਼ਨ ਇਹ ਦਿੱਤੀ ਗਈ ਹੈਗੀ ਆ ਕਿ ਅਗਰ ਟੈਕਸ ਇਨਕਰੀਜ਼ ਹੋਏਗਾ ਤਾਂ ਉਹਦੇ ਨਾਲ ਹੈਲਥੀਅਰ ਈਟਿੰਗ ਹੈਬਿਟਸ ਅਗੇਨ ਪ੍ਰਮੋਟ ਹੋਣਗੀਆਂ ਐਂਡ ਉਹ ਲੋਕ ਜਿਹੜੇ ਕਿ ਨੈਗੇਟਿਵ ਹੈਲਥ ਆਊਟਕਮਸ ਨੂੰ ਫੇਸ ਕਰ ਰਹੇ ਆ, ਬਿਮਾਰੀਆਂ ਨੂੰ ਫੇਸ ਕਰ ਰਹੇ ਹੈਗੇ ਪਾਰਟੀਕੂਲਰਲੀ, ਉਹ ਵੀ ਜਿਹੜੀਆਂ ਪ੍ਰੋਬਲਮਸ ਨੇ ਉਹ ਸੌਰਟ ਹੋ ਜਾਣਗੀਆਂ। ਸੋ ਆਫਟਰ ਦੈਟ ਆਪਾਂ ਨੇ ਕਨਕਲੂਜ਼ਨ ਦੇ ਵਿੱਚ ਜਿਹੜੀਆਂ ਦੋਨੋਂ ਐਗਜ਼ਾਮਪਲਸ ਨੇ ਉਹਨਾਂ ਨੂੰ ਕਨਕਲੂਡ ਕੀਤਾ ਹੋਇਆ ਹੈਗਾ। ਅਗੇਨ ਹੀ ਆਪਾਂ ਸੇਮ ਚੀਜ਼ ਨੂੰ 2 ਲਾਈਨਸ ਦੇ ਵਿੱਚ ਕਨਕਲੂਡ ਕਰਤਾ ਹੈਗਾ। ਸੋ ਇਸ ਸਟੇਟਮੈਂਟਸ ਦੇ ਵਿੱਚ ਆਪਾਂ 2 ਐਗਜ਼ਾਮਪਲਸ ਰੀਡ ਕੀਤੀਆਂ ਨੇ ਪਲੱਸ ਆਪਾਂ ਕਨਕਲੂਜ਼ਨ ਲਿਖਿਆ ਹੈਗਾ। ਹਾਂਜੀ, ਆਪਾਂ ਕਨਕਲੂਡ ਕਿਵੇਂ ਕਰਨਾ ਹੈਗਾ ਜੇ ਆਪਾਂ 2 ਐਗਜ਼ਾਮਪਲਸ ਟਾਸਕ 2 ਦੇ ਵਿੱਚ ਮੈਂਸ਼ਨ ਕੀਤੀਆਂ ਨੇ। ਸੋ ਇਹ ਸੀਗੀ ਅੱਜ ਦੀ ਵੀਡੀਓ। ਸੋ ਵਟਸ ਨੈਕਸਟ?
In next video, we will discuss about how to use connectors in task 2, how to make complex sentence in task 2, appropriate use of punctuations and appropriate use of the vocabulary. So I hope you all enjoy this video and you also get informative knowledge. So please guys, it's my again humble request, please like, share and subscribe my YouTube channel. If you have any kind of doubt, then you can comment below, and you can also email me on inspiredials2428@gmail.com. Thank you everybody, thank you for your attention. Bye bye.